ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸਮੇਂ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਰੂਬਰੂ ਵੀ ਇਸ ਕਰਕੇ ਹੋਣਾ ਬੜਾ ਜ਼ਰੂਰੀ ਆ। ਸਭ ਤੋਂ ਪਹਿਲਾਂ ਉਹਨਾਂ ਸਾਰੀਆਂ ਰੂਹਾਂ ਦਾ, ਸ਼ਖਸੀਅਤਾਂ ਦਾ, ਸਾਡੀਆਂ ਭੈਣਾਂ ਦਾ, ਮਾਵਾਂ ਦਾ, ਸਾਡੇ ਭਰਾਵਾਂ ਦਾ ਦਿਲੋਂ ਮੈਂ ਰਿਣੀ ਆ, ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਜਿਹੜੇ ਸੱਚ ਦੇ ਨਾਲ ਖੜੇ। ਤੇ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਓਵਰਵੈਲਮਿੰਗ ਜਿਹੜੀ ਇੱਕ ਫੀਲਿੰਗ ਆ, ਇਹ ਜਿੰਨਾ ਤੁਸੀਂ ਪਿਆਰ ਦਿੱਤਾ, ਜਿੰਨੇ ਨਾਲ ਖੜੇ ਅਰਦਾਸਾਂ ਕੀਤੀਆਂ, ਤੇ ਇਹੀ ਅਰਦਾਸਾਂ ਕਢਾ ਲਿਆਈਆਂ। ਨਹੀਂ ਤਾਂ ਹਜੇ ਲੱਗਦਾ ਸੀ ਵੀ ਹੋਰ ਟਾਈਮ ਲਾਉਣਾ ਪਊਗਾ। ਜਿਸ ਤਰ੍ਹਾਂ ਈਵਨ ਗੁਰਦੁਆਰਾ ਦਿੱਲੀ ਗੁਰਦੁਆਰਾ ਕਮੇਟੀ, ਉਹਨਾਂ ਦੀ ਟੀਮ, ਸਾਡੇ ਆਪਦੇ ਬੰਦੇ, ਆਪਣਾ ਖੋਸਾ ਬਾਈ, ਅਭਿਸ਼ੇਕ, ਮਨਦੀਪ, ਹੋਰ ਬੰਦੇ ਜਿਹੜੇ ਸਾਰੇ ਨਾਲ ਖੜੇ, ਵਰਦੀਆਂ 'ਚ ਖੜੇ, ਵਰਦੀ ਅੱਗ 'ਚ ਨਾਲ ਖੜੇ, ਲੀਗਲ ਹੈਲਪ ਚਾਹੇ ਹੋਵੇ, ਚਾਹੇ ਜੋ ਕੋਈ ਐਡਵਰਸ ਸਿਚੁਏਸ਼ਨ ਸੀ ਉਹਨਾਂ ਨੂੰ ਫੇਸ ਕੀਤਾ, ਤਾਂ ਉਹ ਬਾਕਮਾਲ ਸੀ। ਜਦੋਂ ਜ਼ਮਾਨਤ ਮਿਲੀ ਆ, ਪਹਿਲੀ ਜ਼ਮਾਨਤ ਮਿਲੀ, ਤੁਸੀਂ ਉਹ ਆਰਡਰ ਪੜ੍ਹਿਓ। ਆਉਣ ਵਾਲੇ ਸਮੇਂ ਤੱਕ ਐਗਜ਼ਾਮਪਲ ਦਿੱਤੇ ਜਾਣਗੇ ਉਸ ਆਰਡਰ ਦੇ, ਜਿੱਥੇ ਆਪਾਂ ਇਹ ਕਿਹਾ, ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਦੇਗ ਤੇਗ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਇਹ ਸਾਰੀਆਂ ਗੱਲਾਂ ਉਹਦੇ 'ਚ ਲਿਖੀਆਂ ਗਈਆਂ ਵੀ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਭੜਕਾਹਟ ਨਹੀਂ ਆ। ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਖੁੱਲ੍ਹ ਆ, ਸਾਨੂੰ ਸਾਡੀ ਰਿਲੀਜੀਅਸ ਫਰੀडम ਦੀ ਖੁੱਲ੍ਹ ਆ, ਤੇ ਇਸੇ ਕਨਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਅਸੀਂ ਇਹ ਸਾਰੀਆਂ ਗੱਲਾਂ ਕਰ ਸਕਦੇ ਹਾਂ। ਸੋ ਬੜੀ ਵੱਡੀ ਇੱਕ ਲੜਾਈ ਲੜੀ ਆ, ਜਿਹੜੀ ਲੀਗਲ ਫਰੰਟ ਤੇ ਵੀ ਲੜੀ, ਆਪਾਂ ਸੋਸ਼ਲ ਫਰੰਟ ਤੇ ਵੀ ਲੜੀ। ਇਸ ਕਰਕੇ ਉਹ ਸਾਰੀਆਂ ਸ਼ਖਸੀਅਤਾਂ ਦਾ ਮੈਂ ਬੜਾ ਦਿਲੋਂ ਰਿਣੀ ਆ। ਧੰਨਵਾਦ ਤਾਂ ਬੜਾ ਛੋਟਾ ਜਿਹਾ ਲਫ਼ਜ਼ ਹੋਊਗਾ, ਔਰ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ। ਮੇਰਾ ਬੜਾ ਜੀ ਕਰਦਾ ਸਭ ਨੂੰ ਜਾ ਜਾ ਕੇ ਮਿਲਾਂ, ਪਰ ਇਸ ਟਾਈਮ ਸਿਚੁਏਸ਼ਨ ਆ ਜਿਹੜੀ, ਉਹ ਸਿਚੁਏਸ਼ਨ ਪੈਂਡੇਮਿਕ ਜਾਂ ਕਹਿ ਲਓ ਮਹਾਮਾਰੀ ਚੱਲ ਰਹੀ ਆ। ਲੋਕ ਆਪਣੀਆਂ ਜ਼ਿੰਦਗੀਆਂ ਖੋ ਰਹੇ ਆ। ਸੋ ਉਹਨਾਂ ਦੇ ਪਰਿਵਾਰਾਂ ਨਾਲ ਖੜਨਾ, ਜਾਂ ਜਿਹੜੇ ਸਾਡੇ ਕਿਸਾਨੀ ਸੰਘਰਸ਼ 'ਚ ਸਾਡੇ ਬੰਦੇ ਸਾਥ ਛੱਡ ਗਏ, ਉਹ ਕਿਵੇਂ ਛੱਡ ਗਏ? ਸਰਕਾਰ ਦੀਆਂ ਇਹਨਾਂ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ, ਜੋ ਇਹਨਾਂ ਨੇ ਜ਼ੁਲਮ ਸਾਡੇ ਤੇ ਕੀਤੇ ਆ, ਉਸ ਕਰਕੇ ਉਹ ਸਰੀਰ ਵਿਛੋੜਾ ਦੇ ਗਏ। ਉਹਨਾਂ ਸਾਰੇ ਬੰਦਿਆਂ ਦੇ ਘਰੇ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਬੈਠੀਏ। ਪਰ ਸਿਚੁਏਸ਼ਨ ਥੋੜੀ ਜਿਹੀ ਠੀਕ ਹੋ ਲੈਣ ਦਿਓ। ਹਜੇ ਸਾਨੂੰ ਇੱਕ ਪਾਸੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ, ਦੂਜੇ ਪਾਸੇ ਜਿਹੜੀ ਆ ਮਹਾਮਾਰੀ ਚੱਲ ਰਹੀ ਆ। ਇਹ ਦੋਨਾਂ ਸਿਚੁਏਸ਼ਨਸ ਨਾਲ ਨਜਿੱਠਣਾ, ਇਹਨਾਂ ਦੋਨਾਂ ਦੀ ਆਪਾਂ ਗੱਲ ਵੀ ਕਰਾਂਗੇ। ਗੱਲਾਂ ਬਹੁਤ ਆ ਕਰਨ ਨੂੰ, ਉਹਨਾਂ ਗੱਲਾਂ ਨੂੰ ਆਪਾਂ ਸਮੇਂ-ਸਮੇਂ ਤੋਂ ਅੱਗੇ ਵੀ ਲੈ ਕੇ ਆਵਾਂਗੇ, ਕਰਾਂਗੇ ਵੀ। ਪਰ ਇਸ ਟਾਈਮ ਜਿਹੜੀ ਲੜਾਈ ਅਸੀਂ ਵਿੱਢੀ ਸੀ, ਸਾਡੀ ਹੋਂਦ ਦੀ ਲੜਾਈ, ਉਹੀ ਸੰਘਰਸ਼ ਹਜੇ ਵੀ ਚੱਲ ਰਿਹਾ। ਸੋ ਉਸ ਸੰਘਰਸ਼ 'ਚ ਸਾਨੂੰ ਇੱਕ ਗੱਲ ਜ਼ਰੂਰ ਵਾਚਣੀ ਚਾਹੀਦੀ ਆ, ਵੀ ਸਾਡਾ ਮਕਸਦ ਸੀ ਸਰਕਾਰ ਨਾਲ ਲੜਨਾ, ਗਵਰਨਮੈਂਟ ਨਾਲ ਲੜਨਾ, ਤੇ ਜਿਹੜੀਆਂ ਨੀਤੀਆਂ ਜਾਂ ਜਿਹੜੇ ਨਵੇਂ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਾਉਣਾ, ਉਸ ਸੰਘਰਸ਼ ਨੂੰ ਜਿੱਤਣਾ। ਉਸੇ ਮਕਸਦ ਤੇ ਅਸੀਂ ਕਾਇਮ ਰਹੀਏ। ਆਪਸ 'ਚ ਅਸੀਂ ਨਾ ਉਲਝੀਏ, ਨਾ ਇੱਕ ਦੂਜੇ ਤੇ ਤੌਹਮਤਾਂ ਲਾਈਏ। ਬੜਾ ਕੁਝ ਕਹਿ ਸੁਣ ਲਿਆ, ਹੁਣ ਮੈਨੂੰ ਲੱਗਦਾ ਸਾਨੂੰ ਇੱਕ ਵਾਰੀ ਫੇਰ ਇਕੱਠੇ ਹੋ ਜਾਣਾ ਚਾਹੀਦਾ, ਏਕੇ 'ਚ ਰਹਿਣਾ ਚਾਹੀਦਾ। ਕਿਉਂ? ਔਰ ਮਾਹੌਲ ਨੂੰ ਬੜਾ ਹੀ ਸਾਨੂੰ ਕੰਜੇਨੀਅਲ, ਇੱਕ ਸਹਿਜ ਤੇ ਫਰੈਂਡਲੀ ਬਣਾ ਲੈਣਾ ਚਾਹੀਦਾ। ਇਹ ਬੜੀ ਜ਼ਰੂਰਤ ਹੈ ਇਸ ਵੇਲੇ ਸਾਡੀ, ਕਿਉਂਕਿ ਹੋਂਦ ਦੀ ਲੜਾਈ ਲੜ ਰਹੇ ਹਾਂ। ਤੇ ਜਦੋਂ ਐਡਾ ਵੱਡਾ ਮਕਸਦ ਲੈ ਕੇ ਤੁਰੇ ਹੋਈਏ, ਉਦੋਂ ਨਿੱਜ ਨਹੀਂ ਦੇਖੀਦੇ, ਜਾਂ ਜਥੇਬੰਦਕ ਢਾਂਚੇ ਦੇ ਵੀ ਜਿਹੜੇ ਸਵਾਰਥ ਆ ਉਹ ਨਹੀਂ ਦੇਖੀਦੇ। ਉਹ ਤੋਂ ਵੀ ਉੱਤੇ ਉੱਠਣਾ ਪੈਂਦਾ, ਤੇ ਸਾਨੂੰ ਇਹ ਕਰਨਾ ਪਊਗਾ। ਇਹੀ ਸਾਨੂੰ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਸਿਖਾਇਆ ਸੀ। ਕੱਲਾ ਸਿਖਾਇਆ ਨਹੀਂ, ਕੱਲਾ ਕਿਹਾ ਨਹੀਂ, ਕਰਕੇ ਦਿਖਾਇਆ ਸੀ। ਤੁਸੀਂ ਇਹ ਵੇਖੋ, ਇਸ ਵੇਲੇ ਮਹਾਮਾਰੀ ਚੱਲ ਰਹੀ ਆ। ਇਸ ਮਹਾਮਾਰੀ 'ਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਆਕਸੀਜਨ ਦੇ ਲੰਗਰ ਲੱਗੇ ਆ, ਜਿਵੇਂ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਜਾਂ ਹੋਰ ਬਹੁਤ ਸਿੱਖ ਜਥੇਬੰਦੀਆਂ, ਤੁਸੀਂ ਵੇਖੋ ਉਹਨਾਂ ਨੇ ਬਾਹਰੋਂ ਮਸ਼ੀਨਾਂ ਵੀ ਭੇਜੀਆਂ, ਆਕਸੀਜਨ ਵਾਲੀਆਂ ਸਿਲੰਡਰਸ ਵੀ ਭੇਜੇ ਆ। ਬ੍ਰਿਟਿਸ਼ ਏਅਰਵੇਜ਼ ਨਾਲ ਟਾਈ ਅਪ ਕਰਕੇ ਉਹਨਾਂ ਨੇ ਉੱਥੋਂ ਫਲਾਈਟ ਰਾਹੀਂ ਭੇਜ ਰਹੇ ਆ। ਇਹ ਸਾਡੀਆਂ ਪਿਰਤਾਂ ਜਿਹੜੀਆਂ ਸਾਡੇ ਗੁਰੂ ਪਾ ਗਏ,
ਇਹ ਸਾਡੀਆਂ ਰਵਾਇਤਾਂ, ਅਸੀਂ ਬਹੁਤ ਕੁਝ ਛੱਡ ਗਏ ਹੋਵਾਂਗੇ, ਪਰ ਮਾਣ ਆ ਮੈਨੂੰ ਸਾਡੀ ਕੌਮ ਤੇ ਵੀ ਅਸੀਂ ਉਹਨਾਂ ਪਿਰਤਾਂ ਨੂੰ, ਉਹਨਾਂ ਰਵਾਇਤਾਂ ਨੂੰ ਤੇ ਸਾਡੀ ਸੇਵਾ ਭਾਵਨਾਵਾਂ ਨੂੰ ਹਜੇ ਤੱਕ ਨਹੀਂ ਛੱਡਿਆ। ਕਿਉਂ? ਇਹ ਕਿਸੇ ਖਿਲਾਅ ਚੋਂ ਪ੍ਰਗਟ ਨਹੀਂ ਹੋਈ ਗੱਲ। ਇਹ ਗੱਲ ਉਹਨਾਂ ਗੁਰੂਆਂ ਦੀ, ਉਹਨਾਂ ਰਹਿਬਰਾਂ ਦੀ ਕਮਾਈਆਂ ਕੀਤੀਆਂ ਹੋਈਆਂ, ਉਸ ਕਮਾਈ ਸਦਕਾ ਹੀ ਜੋ ਸਾਡੇ ਅੰਦਰ ਉਹਨਾਂ ਨੇ ਚਿਣਗਾਂ ਲਾਈਆਂ, ਜੋ ਪਿਰਤਾਂ ਉਹ ਪਾ ਗਏ, ਅੱਜ ਤੱਕ ਕਾਇਮ ਆ। ਔਰ ਅੱਜ ਸਾਰੀ ਦੁਨੀਆ ਇੱਕ ਵਾਰੀ ਫੇਰ, ਜਿਵੇਂ ਇਸ ਕੌਮ ਨੇ, ਸਾਡੇ ਸਾਰੇ ਪੰਜਾਬ ਨੇ ਸੰਘਰਸ਼, ਮੈਂ ਹਮੇਸ਼ਾ ਕਹਿੰਦਾ ਸੀ ਇਕੱਲਾ ਪੰਜਾਬ ਤੱਕ ਨਹੀਂ ਆ, ਇਹਦੀ ਲੋਕਲ ਸਿਗਨੀਫੀਕੈਂਸ ਨਹੀਂ ਆ, ਇਹ ਨੈਸ਼ਨਲ ਸਿਗਨੀਫੀਕੈਂਸ ਵੀ ਨਹੀਂ ਆ, ਇਹ ਗਲੋਬਲ ਆ। ਤੇ ਅਸੀਂ ਉੱਥੋਂ ਤੱਕ ਪਹੁੰਚੇ, ਔਰ ਬੜਾ ਬਦਨਾਮ ਕੀਤਾ ਗਿਆ, ਬੜਾ ਕੁਛ ਕਿਹਾ ਗਿਆ, ਪਰ ਫਿਰ ਵੀ ਇੱਕ ਵਾਰੀ ਸੱਚ ਸਾਹਮਣੇ ਆ ਗਿਆ। ਤੇ ਜੇ ਆਪਾਂ ਇਹ ਕਹੀਏ ਵੀ ਸਾਰੀ ਦੁਨੀਆ ਨੇ ਇਹ ਗੱਲ ਮੰਨੀ, ਔਰ ਅੱਜ ਵੀ ਇਸ ਮਹਾਮਾਰੀ 'ਚ ਇਹ ਗੱਲ ਮੰਨ ਰਹੀ ਆ ਵੀ ਜਿਹੜੀ ਸਿੱਖ ਕੌਮ ਆ, ਉਹਨਾਂ ਦਾ ਧਰਮ, ਉਹਨਾਂ ਦੀਆਂ ਰਵਾਇਤਾਂ, ਉਹਨਾਂ ਦਾ ਫਲਸਫਾ ਉਹ ਨਿਆਰੇ ਆ। ਇਹਨਾਂ ਤੋਂ ਸਿੱਖੋ। ਬਹੁਤ ਲੋਕ ਜਿਹੜੇ ਬਾਹਰਲੀਆਂ ਸਟੇਟਾਂ ਦੇ, ਅਮਰੀਕਾ 'ਚ, ਕੈਨੇਡਾ 'ਚ, ਉਹਨਾਂ ਦੇ ਗਵਰਨਰਸ ਆ, ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਸ ਕਮਿਊਨਿਟੀ ਤੋਂ ਸਿੱਖੋ। ਕਿਉਂ? ਕਿਉਂਕਿ ਜਰਮਾਨੇ ਦੀ ਭਖਿਆ ਤੇ ਗਰੀਬਾਂ ਦੀ ਰੱਖਿਆ। ਕਿਉਂ? ਕਿਉਂਕਿ ਨਿਰਭਉ ਤੇ ਨਿਰਵੈਰ। ਨਾ ਤਾਂ ਅਸੀਂ ਕਦੇ ਕਿਸੇ ਨਾਲ ਵੈਰ ਪਾਲਿਆ, ਨਿੱਜ ਲਈ ਤਾਂ ਅਸੀਂ ਲੜੇ ਹੀ ਨਹੀਂ ਨਾ, ਹਮੇਸ਼ਾ ਲੜੇ ਆ ਤਾਂ ਇੱਕ ਬਹੁਤ ਵੱਡੇ ਪਰਪਸ ਲਈ ਲੜੇ ਆ। ਇਹੀ ਜਿਹੜੀ ਗੱਲ ਆ ਸਾਨੂੰ ਨਿਆਰਾ ਬਣਾਉਂਦੀ ਆ। ਪਰ ਇਸ 'ਚ ਇਹ ਗੱਲ ਨਹੀਂ ਵੀ ਦੂਜਿਆਂ ਨੂੰ ਕਿਤੇ ਆਪਾਂ ਘੱਟ ਲਿਖਦੇ ਆ, ਦੂਜੇ ਵੀ ਸਾਡੇ ਹੀ ਆ। ਇਹ ਸਾਰੀ ਇਨਸਾਨੀਅਤ ਹੀ ਸਾਡੀ ਆ, ਕਿਉਂਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਦਾ ਸੁਨੇਹਾ ਹੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਦਿੱਤਾ। ਅਗਲੀ ਗੱਲ, ਜਦੋਂ ਆਪਾਂ ਸੰਘਰਸ਼ ਦੀ ਕਰਦੇ ਆ, ਸੰਘਰਸ਼ ਦੀ ਗੱਲ 'ਚ ਵੀ ਸਾਨੂੰ ਇੱਕ ਗੱਲ ਸਿੱਖਣੀ ਪਊਗੀ। ਅਸੀਂ ਉਸ ਸਰਕਾਰ ਦੇ ਅਗੇਂਸਟ ਜਾਂ ਉਹਨਾਂ ਹੁਕਮਰਾਨਾਂ ਦੇ ਅਗੇਂਸਟ ਲੜ ਰਹੇ ਆ ਜਿਨ੍ਹਾਂ ਨੇ ਹਜੇ ਤੱਕ ਇੱਕ ਫਾਸਿਜ਼ਮ ਨੂੰ, ਇੱਕ ਫਾਸਿਸਟ ਕੌਨਸਟੀਟੂਐਂਸੀ ਤਿਆਰ ਕੀਤੀ ਆ। ਉਹਨਾਂ ਨੇ ਕਦੇ ਕਿਸੇ ਦੀ ਮਾੜੀ ਜੀ ਗੱਲ ਵੀ ਨਹੀਂ ਮੰਨੀ। ਉਹ ਵੱਖਰੀ ਗੱਲ ਆ ਵੀ ਅਸੀਂ ਜਿਸ ਤਰ੍ਹਾਂ ਇਸ ਸੰਘਰਸ਼ ਨੂੰ ਵਿੱਢਿਆ ਸੀ, ਫਿਰ ਇਸ ਸੰਘਰਸ਼ ਨੂੰ ਅਸੀਂ ਦਿੱਲੀ ਤੱਕ ਪਹੁੰਚਾਇਆ ਸੀ, ਫਿਰ ਨੈਸ਼ਨਲੀ ਪਹੁੰਚਾਇਆ, ਫਿਰ ਇੰਟਰਨੈਸ਼ਨਲੀ ਪਹੁੰਚਾਇਆ। ਕਿਤੇ ਨਾ ਕਿਤੇ ਅਸੀਂ ਵੀ ਕੁਝ ਗਲਤੀਆਂ ਕਰ ਗਏ ਹੋਵਾਂਗੇ। ਸਾਡੀ ਲੀਡਰਸ਼ਿਪ ਨੂੰ ਚਾਹੀਦਾ ਉਹਨਾਂ ਗਲਤੀਆਂ ਨੂੰ ਵੀ ਐਕਸੈਪਟ ਕਰਨ, ਉਹਨਾਂ ਗਲਤੀਆਂ ਨੂੰ ਐਕਸੈਪਟ ਕਰਕੇ ਹਜੇ ਵੀ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ, ਇੱਕ ਦੂਜੇ ਨੂੰ ਸਪੇਸ ਦੇ ਕੇ ਇਕੱਠੇ ਲੜਨ ਦੀ ਜਾਂਚ ਆ ਜਿਹੜੀ ਸਾਨੂੰ ਉਹ ਆਉਣੀ ਚਾਹੀਦੀ ਆ। ਏਕਾ ਰੱਖ ਕੇ ਲੜਨ ਦੀ ਜਾਂਚ ਸਾਨੂੰ ਆਉਣੀ ਚਾਹੀਦੀ ਆ। ਜੇ ਅਸੀਂ ਇਹ ਨਹੀਂ ਸਿੱਖਾਂਗੇ ਫਿਰ ਅਸੀਂ ਹਮੇਸ਼ਾ ਵਾਂਗੂ, ਕਿਉਂਕਿ ਪੰਜਾਬ 'ਚ ਬੜੀ ਤਰ੍ਹਾਂ ਔਰ ਬਹੁਤ ਸਮੇਂ ਤੋਂ ਸਮੇਂ ਮਾਸ ਇਰਪਸ਼ਨਸ ਹੋਈਆਂ, ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ, ਪਰ ਲੀਡਰਸ਼ਿਪ ਹਮੇਸ਼ਾ ਪਿੱਠ ਦਿਖਾਉਂਦੀ ਰਹੀ। ਇਹਦੇ ਬੜੇ ਕਾਰਨ ਹੋ ਸਕਦੇ ਆ। ਸਟੇਟ ਅੱਜ ਦੀ ਬਹੁਤ ਪਾਵਰਫੁਲ ਹੋ ਗਈ ਆ, ਜਾਂ ਉਹਨਾਂ ਦੀ ਅਬਿਲਿਟੀ ਜਿਹੜੀ ਇਹ ਬੜੀ ਵੱਧ ਗਈ ਆ ਵੀ ਲੀਡਰਸ਼ਿਪ ਨੂੰ ਕਰਪਟ ਕਰ ਸਕਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ। ਇਹਦਾ ਇੱਕ ਰੀਜ਼ਨ ਜਿਹੜਾ ਕੈਪੀਟਲਿਜ਼ਮ ਆ, ਕੈਪੀਟਲਿਸਟਿਕ ਸੁਸਾਇਟੀ ਹੋ ਗਈ ਆ, ਜਿਸ ਤਰ੍ਹਾਂ ਦੇ ਲੋੜਾਂ ਵਧਾ ਕੇ ਬੈਠੇ ਆ ਅਸੀਂ, ਜਿਵੇਂ ਕੰਜ਼ਿਊਮਰਿਜ਼ਮ ਆ ਗਿਆ, ਉਹ ਵੀ ਹੋ ਸਕਦਾ ਕਿਉਂਕਿ ਪੈਸੇ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ, ਜਾਂ ਅਹੁਦਿਆਂ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ। ਪੁਰਾਣੀ ਲੀਡਰਸ਼ਿਪ ਐ ਨਹੀਂ ਹੁੰਦੀ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ, ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਨਾ, ਉਦੋਂ ਨਰਮ ਖਿਆਲੀਏ ਵੀ ਸੀ ਤੇ ਗਰਮ ਖਿਆਲੀਏ ਵੀ ਸੀ। ਉਦੋਂ ਬੱਬਰ ਅਕਾਲੀ ਵੀ ਸੀ ਤੇ ਸਾਡੇ ਗਦਰੀ ਬਾਬੇ ਵੀ ਸੀ। ਉਦੋਂ ਭਗਤ ਸਿੰਘ, ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਵੀ ਸੀ ਤੇ ਗਾਂਧੀ ਵਰਗੇ ਵੀ ਸੀ। ਪਰ ਇੱਕ ਗੱਲ ਸਾਨੂੰ ਵਾਚਣੀ ਜਾਂ ਸਿੱਖਣੀ ਉੱਥੋਂ ਚਾਹੀਦੀ ਆ, ਹਰ ਬੰਦੇ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਹੋਈ ਸੀ। ਉਹਨਾਂ ਨੇ ਆਜ਼ਾਦੀ ਦੀ ਲੜਾਈ ਸਾਰੇ ਲੜ ਰਹੇ ਸੀ, ਪਰ ਉਹਨਾਂ ਦਾ ਪਰਸਪੈਕਟਿਵ ਸਾਰਿਆਂ ਦਾ ਵੱਖਰਾ ਵੱਖਰਾ ਸੀ। ਜੇ ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਨਾ, ਜਦੋਂ ਮਹਾਤਮਾ ਗਾਂਧੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨੂੰ ਆਏ ਸੀ ਵੀ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਜਿੰਨਾ ਛੇਤੀ ਹੋ ਜਾਏ ਕੱਢਿਆ ਜਾਵੇ। ਔਰ ਉਵੇਂ ਹੀ ਜਦੋਂ ਸਰਦਾਰ ਭਗਤ ਸਿੰਘ ਹੋਰੇ ਲੜ ਰਹੇ ਸੀ, ਉਹਨਾਂ ਦਾ ਪਰਸਪੈਕਟਿਵ ਉਦੋਂ ਥੋੜਾ ਜਿਹਾ ਵੱਡਾ ਸੀ। ਉਹਨਾਂ ਦਾ ਪਰਸਪੈਕਟਿਵ ਇਹ ਸੀ ਵੀ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਨਹੀਂ ਕੱਢਣਾ, ਪਰ ਇੱਥੇ ਜਿਹੜਾ ਪੋਲੀਟੀਕਲ ਸਟਰਕਚਰ ਆ, ਪੋਲੀਟੀਕਲ ਸਿਸਟਮ ਆ, ਕਿਉਂਕਿ ਅਲੀਟ ਬੈਠਿਆ ਹੋਇਆ, ਅਸੀਂ ਉਹਨਾਂ ਨੂੰ ਵੀ
इस पोलिटिकल स्ट्रक्चर का भी फेर बदल करना, इनू कंप्लीटली चेंज करना, ताकि इस अलीट नू इस पोलिटिकल स्ट्रक्चर चो कढ़िया जा सके। हालांकि जदों आज़ादी मिली उदों अलीट नू तां नहीं कढ़िया गया, ब्रिटिश या गोरे अलीट चले गए, साडे वाले अलीटां ने कुर्सियां सांभ लियां। सो परस्पैक्टिव वखरे वखरे हो सकते आ, एक दूजे नू स्पेस देना सीखीए ते एक मकसद लई असीं इकट्ठे होके लड़ना सीखीए। एवें ही बिना स्पेस दिते तौहमतां लाउणियां भी फलाना तां सरकार दा बंदा, फलाना बीजेपी दा बंदा, या फलाना अकालियां दा बंदा, या कांग्रेस दा बंदा, इन्हां गल्लां च कोई दम नहीं। असीं कदे भी फिर ਜਿਹੜਾ मकसद लैके तुरे हाँ उस मकसद या उस मंतव नू अचीव नहीं कर सकांगे ते मात खा जांगे। हुण साडा अंदोलन असीं कहने होंद दी लड़ाई लड़ रहे हैं, और होंद दी लड़ाई उस वहण दे उल्ट लड़ रहे हैं असीं, जिहड़ा वहण कल्ला इस देश च नहीं चलदा, वो दुनिया दा वहण बनिया होया। कैपिटलिज्म जिहड़ी नवीं पॉलिसी या नਵੇਂ कानून आए आ उन्हां ਉਹ कैपिटलिज्म ते ही आधारित। ਤੇ ਜੇ ਅਸੀਂ ਇਸ ਪਰਸਪੈਕਟਿਵ ਨੂੰ ਥੋੜਾ ਜਿਹਾ ਵੱਡਾ ਕਰਾਂਗੇ, ਅਸੀਂ ਇਹ ਵੈਸਟ 'ਚ ਦੇਖਿਆ, ਦੁਨੀਆ 'ਚ ਦੇਖਿਆ ਵੀ ਜਿੱਥੇ ਜਿੱਥੇ ਕੈਪੀਟਲਿਜ਼ਮ ਗਿਆ, ਜਿੱਥੇ ਜਿੱਥੇ ਗਿਆ, ਜੇ ਉਹਦੇ ਤੇ ਲਗਾਮ ਨਾ ਪਾਈ ਗਈ ਜਾਂ ਉਹਦੇ ਤੇ ਚੈਕਸ ਐਂਡ ਬੈਲੈਂਸਿਸ ਨਾ ਰੱਖੇ ਗਏ, ਉੱਥੇ ਉੱਥੇ ਉਹਨਾਂ ਧਰਤੀਆਂ ਤੇ ਉਹਨਾਂ ਦੇਸ਼ਾਂ 'ਚ ਉਹ ਇੰਸਟੀਟਿਊਸ਼ਨਸ ਹੀ ਖਤਮ ਕਰ ਦਿੰਦਾ। ਫੈਮਿਲੀ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, ਇਹ ਆਪਾਂ ਵੈਸਟ 'ਚ ਦੇਖ ਲਿਆ। ਰਿਲੀਜੀਅਸ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, फिर कल्चरल इंस्टीट्यूशनस खत्म कर दिंदा। ते साडा कल्चर आपां जे होंद दी एग्जिस्टेंशियल क्राइसिस नाल असीं जूझ रहे हां, होंद दी लड़ाई लड़ रहे हां, तां सानू पहली गल ये समझनी पऊगी भी जे असीं अज महामारी च ऑक्सीजन दे लंगर लाए होए आ ना, या अंदोलन च जिस तरह असीं सेवा कीती है, जिस तरह संगत ने, सारी कौम ने, पंजाबियां ने, साडे हरियाणे वालियां ने सेवा कीती है, साडा कल्चर। ਅਸੀਂ ਇਸ ਕਲਚਰ ਨੂੰ, ਇਹ ਸਾਰੇ ਸਾਡੀਆਂ ਰਵਾਇਤਾਂ ਨੂੰ ਹੀ ਗਵਾਲ ਗਏ, ਇਹ ਤਾਂ ਮਨਜ਼ੂਰ ਨਹੀਂ ਹੈ ਨਾ। ਇਸੇ ਲਈ ਜਦੋਂ ਇਨਸਾਨ ਜਾਂ ਉਹ ਬੰਦੇ, ਮੈਂ ਹਮੇਸ਼ਾ ਉਹਨਾਂ ਨੂੰ ਇੱਕ ਨਵਾਂ ਲਫ਼ਜ਼ ਮੈਂ ਸਿੱਖਿਆ, ਉਹਨਾਂ ਨੂੰ ਜਿਹੜੇ ਰਿਬੈਲ ਹੁੰਦੇ ਆ ਜਾਂ ਜਿਹੜੇ ਰੋਮਾਂਟਿਕ ਬੰਦੇ ਹੁੰਦੇ ਆ, ਰੋਮਾਂਟਿਕ ਬੰਦੇ ਆ ਜਿਹੜੇ ਆਪਦੀ ਆਈਡੀਓਲੋਜੀ ਨੂੰ ਇਸ਼ਕ ਕਰਦੇ ਆ, ਜਿਹੜੇ ਆਪਦੇ ਲੋਕਾਂ ਨੂੰ, ਆਪਦੀ ਧਰਤੀ ਨੂੰ ਤੇ ਆਪਦੀਆਂ ਰਵਾਇਤਾਂ ਨੂੰ, ਆਪਦੇ ਸੱਭਿਆਚਾਰ ਨੂੰ, ਜੋ ਪਿਰਤਾਂ ਗੁਰੂ ਸਾਹਿਬ ਪਾ ਗਏ ਸੀ ਉਹਨਾਂ ਨੂੰ ਇਸ਼ਕ ਕਰਦੇ ਆ, ਉਹਨਾਂ ਰੋਮਾਂਟਿਕ ਬੰਦਿਆਂ ਨੂੰ ਫਿਰ ਖੜਾ ਹੋਣਾ ਪੈਂਦਾ, ਉਹਨਾਂ ਨੂੰ ਆਵਾਜ਼ ਬੁਲੰਦ ਕਰਨੀ ਪੈਂਦੀ ਆ, ਤੇ ਅਸੀਂ ਉਹ ਰੋਮਾਂਟਿਕ ਬੰਦੇ ਆ। ਇਸ ਕਰਕੇ ਇਹਨਾਂ ਸਰਕਾਰਾਂ ਦੇ ਖਿਲਾਫ ਹਮੇਸ਼ਾ ਹੀ ਆਪਾਂ, ਜਦੋਂ ਜਦੋਂ ਇਹ ਜ਼ੁਲਮ ਕਰਦੀਆਂ ਰਹਿਣਗੀਆਂ, ਜਦੋਂ ਜਦੋਂ ਇਹ ਆਪਦੀਆਂ ਨੀਤੀਆਂ ਘੜਨਗੀਆਂ ਵੀ ਸਾਡਾ ਸੱਭਿਆਚਾਰ, ਸਾਡੀ ਹੋਂਦ ਖਤਰੇ 'ਚ ਆਵੇ, ਅਸੀਂ ਆਵਾਜ਼ ਬੁਲੰਦ ਕਰਦੇ ਰਹਾਂਗੇ। फैज साहब ने एक बड़ी ब्यूटिफुल नज़म लिखी सी, ते वो मैं थोड़े नाल शेयर भी करदा। हम देखेंगे, लाजिम है कि हम भी देखेंगे वो दिन के जिसका वादा है, जो लोहे अजल में लिखा है हम देखेंगे, लाजिम में हम भी देखेंगे। जब जुल्मों सितम के कोहे गरा रूई की तरह उड़ जाएंगे, ये हम माकूमों के पांव तले ये धरती धर धर धड़केगी, और अहले हकम के सर ऊपर जब बिजली कड़कड़ कड़केगी, हम देखेंगे, लाजिम है हम भी देखेंगे। बस नाम रहेगा अल्लाह का, बस नाम रहेगा अल्लाह का, वाहिगुरू दा, राम दा, बस नाम रहेगा अल्लाह का, जो गायब भी है हाजिर भी, जो मंजर भी है नाजिर भी। उठेगा अनहल हक का नारा, जो मैं भी हूं और तुम भी हो, और राज करेगा खलके खुदा, जो मैं भी हूं और तुम भी हो। हम देखेंगे, लाजिम है हम भी देखेंगे। सो ये गल लाजिम आ, आपां देखांगे। सब ताज उछाले जाएंगे, सब तख्त उखाड़े जाएंगे, लाजिम है हम भी देखेंगे। सो गल इत्थों ही जाहिर हो जाती आ, असीं इन्हां सरकारां दे खिलाफ लड़ते रहांगे, आपदी आवाज़ बुलंद करते रहांगे। ये संघर्षी बंदियां दी, ये धर्म आ, उन्हां दा रोमांस आ, पर एक गल बड़ी जरूरी आ, माहौल नूं सहज बनाइए,
एक दूजे दे अगेंस्ट असीं कोई हुण बयानबाजी या भाषा च जिहड़ा तरीका सलीका असीं भुल जाने आ, ओह ना करिए। किसान ਜਿਹੜੇ ਸਾਡੇ ਆਗੂ ਆ ਉਹ ਪ੍ਰੋਗਰਾਮ ਦੇਣ, ਉਸ ਪ੍ਰੋਗਰਾਮ ਤੇ ਡਟ ਕੇ ਪਹਿਰਾ ਦੇਣ, ਆਪਦੀ ਜ਼ਿੰਮੇਵਾਰੀ ਨੂੰ ਸਮਝਣ। ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਦੇ ਸੋਲਜਰ ਆ। 2-3 ਦਿਨ ਮੈਂ ਪੰਜਾਬ ਤੋਂ ਇੱਥੇ ਮੁੰਬਈ ਆ ਗਿਆ ਸੀ, ਕਿਉਂਕਿ ਲੰਮਾ ਸਮਾਂ ਸਭ ਕੁਝ ਬੰਦ ਪਿਆ ਸੀ। ਘਰ ਵੀ ਬੰਦ ਪਿਆ, ਮੇਰੀ ਕਾਰ ਵੀ ਨਹੀਂ ਸਟਾਰਟ ਹੋ ਰਹੀ ਸੀ, ਹਾਲਾਂਕਿ ਇੱਕ ਹੋ ਗਈ, ਦੂਜੀ ਤਾਂ ਜਮਾ ਹੀ ਨਹੀਂ ਹੋ ਰਹੀ ਸੀ। ਫਿਰ ਆਲਮ ਇਹ ਆ ਵੀ ਇੱਥੇ ਜਿਹਨੂੰ ਵੀ ਫੋਨ ਕਰਦਾ ਉਹ ਹੈਲੋ ਸੁਣ ਕੇ ਜਾਂ ਮੇਰੀ ਆਵਾਜ਼ ਪਛਾਣ ਕੇ ਹੀ ਕੱਟ ਦਿੰਦਾ। ਕਿੱਡਾ ਵੱਡਾ ਤੇ ਸਟਰੋਂਗ ਨੈਰੇਟਿਵ ਚਲਾਇਆ ਗਿਆ ਜਿਹੜਾ ਮੇਰੇ ਖਿਲਾਫ ਇਹਨਾਂ ਨੇ ਚਲਾਇਆ। ਪਰ ਕੋਈ ਨਹੀਂ, ਇਹਨਾਂ ਸਾਰੀਆਂ ਗੱਲਾਂ ਨਾਲ ਜੂਝਿਆ ਜਾਊਗਾ ਜਦੋਂ ਤੱਕ ਤੁਸੀਂ ਬੈਠੇ ਹੋ। ਤੁਹਾਡਾ ਪਿਆਰ ਆ, ਤੁਹਾਡੀਆਂ ਅਰਦਾਸਾਂ, ਉਦੋਂ ਤੱਕ ਮੈਂ ਹੌਸਲੇ 'ਚ ਤੇ ਹਮੇਸ਼ਾ ਹੀ ਹੌਸਲੇ 'ਚ ਰਹਾਂਗੇ। ਸਾਡੀ ਜਿਹੜੀ ਇੱਕ ਰਵਾਇਤ ਆ ਜਾਂ ਪਿਰਤਾਂ ਜਿਹੜੀਆਂ ਗੁਰੂ ਸਾਹਿਬਾਂ ਨੇ ਪਾਈਆਂ ਹੋਈਆਂ, ਉਹਨਾਂ ਨੂੰ ਅਸੀਂ ਆਪਦੇ ਅੰਦਰ ਜਿਉਂਦੇ ਰੱਖੀਏ। ਉਸ ਗੱਲ ਨੂੰ, ਉਹਨਾਂ ਫਲਸਫਿਆਂ ਨੂੰ ਅਸੀਂ ਕਦੇ ਨਾ ਭੁੱਲੀਏ। ਗੁਰੂ ਸਾਹਿਬ ਦੀ ਯਾਦ ਆਪਦੇ ਅੰਦਰ ਜਿਉਂਦੇ ਰੱਖੀਏ, ਕਿਉਂਕਿ ਉਹੀ ਸਾਨੂੰ ਤਾਕਤ ਦਿੰਦੀ ਆ, ਉਹੀ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ। ਤੇ ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਕਰਨੀਆਂ ਸੀ। ਇੱਕ ਵਾਰੀ ਫੇਰ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਪਿਆਰ ਦਿੱਤਾ, ਉਹਨਾਂ ਦਾ ਮੈਂ ਰਿਣੀ ਰਹਾਂਗਾ। ਉਹਨਾਂ ਨੂੰ ਬਹੁਤ ਛੇਤੀ ਮਿਲਾਂਗੇ। ਅਗਲਾ ਆਪਾਂ ਮੋਰਚੇ 'ਚ ਕਦੋਂ ਜਾਣਾ ਜਾਂ ਉੱਥੇ ਆਪਾਂ ਕੋਈ ਜੋ ਪਲਾਨ ਕਰਨਾ, ਪਿੰਡਾਂ 'ਚ ਜਾ ਕੇ ਸਾਡੇ ਉਹਨਾਂ ਸਾਰੇ ਬੰਦਿਆਂ ਨੂੰ ਮਿਲਣਾ, ਉਹਨਾਂ ਨਾਲ ਬਹਿ ਕੇ ਗੱਲਾਂ ਕਰਨੀਆਂ, ਉਹ ਵੀ ਬੜੀ ਛੇਤੀ ਇਹ ਗੱਲ ਆਪਾਂ ਸਾਹਮਣੇ ਲੈ ਕੇ ਆਵਾਂਗੇ, ਦੱਸਾਂਗੇ, ਸਾਰੀ ਸੰਗਤ ਨਾਲ ਸਾਂਝੀ ਕਰਾਂਗੇ। ਬਾਕੀ ਕਈ ਬੰਦਿਆਂ ਨੂੰ ਕਿਸੇ ਤਰ੍ਹਾਂ ਦਾ ਗੁੱਸਾ ਹੋ ਸਕਦਾ, ਉਹਨਾਂ ਦਾ ਗੁੱਸਾ ਵੀ ਸਿਰ ਮੱਥੇ, ਕੋਈ ਗੱਲ ਨਹੀਂ। ਆਪਦੇ ਬੰਦੇ ਗੁੱਸੇ ਵੀ ਹੋ ਜਾਂਦੇ ਆ, ਉਹਨਾਂ ਦਾ ਹੱਕ ਆ। ਹੌਲੀ ਹੌਲੀ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਮਨਾ ਲਾਂਗੇ। ਬੜੀ ਤਰ੍ਹਾਂ ਦੀਆਂ ਗਲਤ ਫਹਿਮੀਆਂ ਹੋ ਸਕਦੀਆਂ, ਬੜੇ ਲੋਕਾਂ ਨੂੰ ਹੋਈਆਂ, ਹੁਣ ਉਹ ਵੀ ਸਮੇਂ ਨਾਲ ਦੂਰ ਹੋ ਜਾਣਗੀਆਂ। ਹੋਰ ਕੋਈ ਹੱਲ ਨਹੀਂ ਹੁੰਦਾ। ਕਈ ਵਾਰੀ ਉਹ ਮਨ 'ਚ ਬਸ ਬਿਨਾਂ ਕਿਸੇ ਗੱਲ ਤੋਂ ਗੱਲ ਲੈ ਕੇ ਬਹਿ ਜਾਂਦੇ ਆ, ਉਹਦਾ ਆਧਾਰ ਕੁਛ ਨਹੀਂ ਹੁੰਦਾ। ਸੋ ਬੜੀਆਂ ਇਹੋ ਜਿਹੀਆਂ ਗੱਲਾਂ ਵੀ ਮੈਨੂੰ ਲੱਗਦਾ ਸਾਹਮਣੇ ਆਉਣਗੀਆਂ। ਕੋਈ ਨਹੀਂ, ਇਹ ਹਮੇਸ਼ਾ ਹੀ ਰੀਤ ਬਣੀ ਆਈ ਆ ਵੀ ਇੱਕੋ ਵਾਰੀ ਗੱਲ ਨਹੀਂ ਸਮਝ ਆਉਂਦੀ ਹੁੰਦੀ, ਹੌਲੀ ਹੌਲੀ ਸਮੇਂ ਨਾਲ ਸਾਨੂੰ ਗੱਲਾਂ ਸਮਝ ਆਉਂਦੀਆਂ। ਸੋ ਸਮਾਂ ਬੜਾ ਬਲਵਾਨ ਆ, ਬੜੇ ਤਰ੍ਹਾਂ ਦੇ ਜਵਾਬ ਦੇ ਦੂਗਾ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਹਮੇਸ਼ਾ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਰਿਣੀ ਰਹਾਂਗਾ ਉਹਨਾਂ ਰੂਹਾਂ ਦਾ, ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਪਿਆਰ ਦਿੱਤਾ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਦਾ, ਜਿਨ੍ਹਾਂ ਨੇ ਪਾਠ ਸੁੱਖੇ। ਮੈਂ ਹਮੇਸ਼ਾ ਕਹਿਣਾ ਵੀ ਇਹਨਾਂ ਬੰਦਿਆਂ ਦੀ ਦੇਣ ਨਹੀਂ ਦਿੱਤਾ ਜਾ ਸਕਦਾ। ਜੇ ਤੁਸੀਂ ਹੋ ਤਾਂ ਹੌਸਲਾ ਸਾਡੇ 'ਚ ਤੇ ਉਹਨਾਂ ਗੁਰੂ ਸਾਹਿਬਾਂ ਦੇ ਫਲਸਫਿਆਂ ਤੇ ਚੱਲਣ ਦੀ ਹਿੰਮਤ ਆਉਂਦੀ ਆ। ਇਸੇ ਲਈ ਇੱਕ ਹੋਰ ਗੱਲ ਮੈਂ ਜਿਹੜੀ ਸਾਰਿਆਂ ਨਾਲ ਇਹ ਕਰਨੀ ਸੀ ਵੀ ਬਹੁਤ ਛੇਤੀ ਸਾਰਿਆਂ ਨੂੰ ਮਿਲਾਂਗੇ। ਮੈਂ ਹੋਰ 2-3 ਦਿਨਾਂ 'ਚ ਵਾਪਸ ਪੰਜਾਬ ਜਾਣਾ। ਹਜੇ ਕੇਸ ਵੀ ਚੱਲ ਰਹੇ ਆ 2, ਉਹਨਾਂ ਕੇਸਾਂ ਨੂੰ ਵੀ ਆਪਾਂ ਹੈਂਡਲ ਕਰਾਂਗੇ। ਬਾਕੀ ਵੀ ਕਿਸੇ ਸਾਡੇ ਬੰਦੇ ਨਾਲ ਜੇ ਪੁਲਿਸ ਧੱਕਾ ਕਰਦੀ ਆ ਜਾਂ ਕੇਸ ਪੈਂਦੇ ਆ, ਉਹਨਾਂ ਦੀ ਪੈਰਵਾਈ ਵੀ ਕਰਾਂਗੇ। ਸੋ ਜੇ ਕੋਈ ਹੋਰ ਗੱਲਬਾਤ ਕਰਨੀ ਹੋਵੇ ਮੈਨੂੰ ਜਦੋਂ ਪਲੀਜ਼ ਮੈਸੇਜ ਕਰ ਸਕਦੇ ਹੋ। I'm always here and let's be together. That's how we should be now, because we are fighting literally a war against the government. A war in a sense that the way this policy making and the way new policy they have introduced. When I said policy, means 3 farm laws. We have to protest. We started protesting against it, and it actually is our existential crisis. ਹੋਂਦ ਦੀ ਲੜਾਈ ਆ। So let's be together. Let's stay together. It's okay if sometimes our ideologies don't match, but let's give space to each other. That's how it should be. Lots of respect, love to all of you. ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।